शहीदों की चिताओं पर लगेंगे हर बरस मेले, वतन पर मर मिटने वालों का बाकी यही निशा होगा। ये पंक्तियां सुन के ਤੁਹਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦ ਜ਼ਰੂਰ ਆਏਗੀ, ਕਿਉਂਕਿ ਇਹ ਉਹਨਾਂ ਵੱਲੋਂ ਹੀ ਪੰਕਤੀ ਲਿਖੀਆਂ ਗਈਆਂ ਸੀ। ਅੱਜ ਤੁਹਾਨੂੰ ਭਗਤ ਸਿੰਘ ਦੇ ਉਸੇ ਥਾਂ ਤੇ ਲਿਜਾਣ ਦੀ ਅਸੀਂ ਆਏ ਹਾਂ ਜਿੱਥੇ ਭਗਤ ਸਿੰਘ ਨੇ ਇੱਕ ਰਾਤ ਗੁਜ਼ਾਰੀ ਸੀ। ਇਹ ਜਗ੍ਹਾ ਹੈਗੀ ਹੈ ਡੇਰਾ ਬੱਸੀ ਦੇ ਨਾਲ ਪੈਂਦੇ ਮੁਬਾਰਕਪੁਰ ਪਿੰਡ ਦੇ ਥਾਣਾ ਦੀ। ਇਹ ਪੁਰਾਣਾ ਥਾਣਾ ਉਹੀ ਥਾਣਾ ਹੈ ਜਿੱਥੇ ਭਗਤ ਸਿੰਘ ਵੀ ਇੱਥੇ ਇੱਕ ਰਾਤ ਗੁਜ਼ਾਰ ਚੁੱਕੇ ਨੇ ਤੇ ਹੁਣ ਇਸ ਥਾਣੇ ਦੀ ਸੂਰਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਇਤਿਹਾਸਿਕ ਥਾਣੇ ਨੂੰ ਉਸੇ ਤਰੀਕੇ ਨਾਲ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਉਸ ਵੇਲੇ ਇਹ ਨਜ਼ਰ ਆਉਂਦਾ ਸੀਗਾ। 23 ਮਾਰਚ 1931 ਨੂੰ ਭਗਤ ਸਿੰਘ ਨੂੰ ਜਿਹੜੀ ਫਾਂਸੀ ਦੇ ਦਿੱਤੀ ਗਈ ਸੀਗੀ, ਲੇਕਿਨ ਉਸ ਤੋਂ ਪਹਿਲਾਂ ਇੱਕ ਕੇਸ ਦੇ ਸਿਲਸਿਲੇ ਦੇ ਵਿੱਚ ਭਗਤ ਸਿੰਘ ਨੂੰ ਜਦੋਂ ਇੱਥੇ ਲਿਆਇਆ ਗਿਆ ਤੇ ਰਾਤ ਗੁਜ਼ਾਰਨ ਲਈ ਉਸ ਨੂੰ ਇਸੀ ਬੈਰਕ ਦੇ ਵਿੱਚ ਰੱਖਿਆ ਗਿਆ ਸੀ। ਇਹ ਤੁਸੀਂ ਵੇਖ ਸਕਦੇ ਹੋ, ਇਹ ਇਤਿਹਾਸਿਕ ਬੈਰਕ ਹੈਗੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ। ਇਹ ਬੈਰਕ ਜਿਹੜੀ ਹੈਗੀ ਹੈ ਕਾਫੀ ਇਤਿਹਾਸਕ ਹੈਗੀ ਹੈ ਤੇ ਹੁਣ ਇਸ ਨੂੰ ਜਿਹੜਾ ਪ੍ਰੀਜ਼ਰਵ ਕਰਨ ਦਾ ਕੰਮ ਹੈਗਾ ਉਹ ਇੱਥੇ ਕੀਤਾ ਜਾ ਰਿਹਾ ਹੈ। ਤੇ ਤੁਹਾਨੂੰ ਇਸ ਇਮਾਰਤ ਦੇ ਅੰਦਰ ਲੈ ਕੇ ਆਉਂਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੇ ਜਿਹੜਾ ਕੰਮ ਹੋਇਆ ਪਿਆ ਹੁਣ ਇਸ ਨੂੰ ਜਿਹੜਾ ਨਵੀਂ ਰੰਗਤ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਨੂੰ ਇਸ ਦੇ ਆਪਣੇ ਅਸਤਿਤਵ 'ਚ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਪ੍ਰੀਜ਼ਰਵ ਕੀਤਾ ਜਾ ਸਕੇ। ਇੱਥੇ ਦੱਸਿਆ ਗਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇੱਕ ਰਾਤ ਲਈ ਰੱਖਿਆ ਗਿਆ ਸੀਗਾ ਤੇ ਤੁਸੀਂ ਇਹ ਇਸੀ ਹੀ ਥਾਣੇ ਦੇ ਵਿੱਚ ਬਣਿਆ ਇਸ ਬੈਰਕ ਨੂੰ ਵੇਖ ਰਹੇ ਹੋ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਆ ਕੇ ਇੱਥੇ ਇੱਕ ਰਾਤ ਗੁਜ਼ਾਰੀ ਸੀ। ਜਦੋਂ ਕਿਸੇ ਕੇਸ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਇਆ ਗਿਆ ਸੀ, ਕੋਰਟ ਦੇ ਵਿੱਚ ਪੇਸ਼ੀ ਸੀਗੀ, ਤਾਂ ਉਸ ਦੌਰਾਨ ਰਸਤਾ ਦੇ ਵਿੱਚ ਕੋਈ ਸਾਧਨ ਨਹੀਂ ਸੀ ਤੇ ਤਦ ਉਹਨਾਂ ਨੂੰ ਰਾਤ ਗੁਜ਼ਾਰਨ ਲਈ ਇੱਥੇ ਲਿਆਇਆ ਗਿਆ ਸੀਗਾ ਤੇ ਰਾਤ ਗੁਜ਼ਾਰੀ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਵੱਲੋਂ ਜਿਹੜਾ ਕਿ ਇਹ ਕਾਫੀ ਇਤਿਹਾਸਕ ਹੈਗੀ ਹੈ। ਤੁਸੀਂ ਵੇਖ ਰਹੇ ਹੋ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਇਹ ਜਿਹੜੀ ਤਸਵੀਰ ਵੀ ਇੱਥੇ ਲਗਾਈ ਗਈ ਹੈ। ਇਹ ਜਿਹੜਾ ਪੂਰਾ ਇਸ ਨੂੰ ਹੁਣ ਪ੍ਰੀਜ਼ਰਵ ਕਰਨ ਦਾ ਕੰਮ ਹੈਗਾ ਜਿਹੜੇ ਮੁਬਾਰਕਪੁਰ ਥਾਣੇ ਦੇ ਵਿੱਚ ਪੈਂਦੇ ਜਿਹੜੇ DSP ਗੁਰਬਖਸ਼ ਸਿੰਘ ਜੀ ਮਾਨ ਵੱਲੋਂ ਇਹ ਕੀਤੀ ਜਾ ਰਹੀ ਹੈ। ਮਾਨ ਸਾਹਿਬ, ਅਸੀਂ ਜਾਣਨਾ ਚਾਹਾਂਗੇ ਇਤਿਹਾਸਿਕ ਇਸ ਬੈਰਕ ਦੇ ਬਾਰੇ, ਇਹਦੀ ਕੀ ਹਿਸਟਰੀ ਹੈਗੀ ਹੈ, ਅਸੀਂ ਉਹਦੇ ਬਾਰੇ। ਇਹਦਾ ਜੀ ਜੋ ਇੱਥੇ ਦੱਸਦੇ ਆ ਵੀ ਉਹ ਇਹੀ ਹੈ ਕਿ ਇੱਥੋਂ ਦੀ ਉਹਨਾਂ ਨੂੰ ਪੇਸ਼ੀ ਲਈ ਲਿਜਾ ਰਹੇ ਸੀਗੇ ਔਰ ਇੱਥੇ ਇੱਕ ਰਾਤ ਉਹਨਾਂ ਨੂੰ ਰਾਹਦਾਰੀ ਦੇ ਵਿੱਚ ਰੱਖਿਆ ਗਿਆ ਸੀਗਾ ਜੀ, ਇਸ ਕਰਕੇ। ਤੇ ਇੱਥੇ ਹੀ ਇਹ ਰਾਤ ਗੁਜ਼ਾਰੀ ਸੀ? ਹਾਂਜੀ ਹਾਂ, ਮਤਲਬ ਇਹ ਇੱਕ ਥਾਣਾ ਸੀਗਾ, ਪੁਰਾਣਾ ਥਾਣਾ ਮੁਬਾਰਕਪੁਰ ਥਾਣਾ ਇਹੀ ਹੁੰਦਾ ਸੀਗਾ, ਤੋਂ ਉਦੋਂ ਮਤਲਬ ਇਹਨਾਂ ਨੂੰ ਇੱਥੇ ਰੱਖਿਆ ਗਿਆ ਸੀਗਾ ਜੀ। ਤੇ ਹੁਣ ਇਸ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ ਹੈ ਪੂਰਾ ਉਸੇ ਤਰੀਕੇ ਅਸਤਿਤਵ 'ਚ ਲਿਆਉਣ ਦੀ ਕੋਸ਼ਿਸ਼? ਹਾਂਜੀ ਹਾਂ, ਇਹਦੇ ਉੱਤੇ ਜ਼ਿਆਦਾ ਕੁਝ ਅਸੀਂ ਐਡ ਆਨ ਨਹੀਂ ਕਰ ਰਹੇ, ਨਾ ਹੀ ਸਾਨੂੰ ਮਤਲਬ ਅਸੀਂ ਸਮਝਦੇ ਵੀ ਕੁਝ ਕਰਨਾ ਚਾਹੀਦਾ। ਉਹ ਜਿਸ ਤਰ੍ਹਾਂ ਸੀ, ਜਿਸ ਤਰ੍ਹਾਂ ਉਹਦੀ ਦਿੱਖ ਹੈਗੀ ਆਲਰੇਡੀ ਜਿਹੜੀ ਹੈਗੀ ਆ ਉਹਨੂੰ ਅਸੀਂ ਉੱਦਾਂ ਹੀ ਬਰਕਰਾਰ ਰੱਖ ਰਹੇ ਹਾਂ। ਤੇ ਸਰ, ਅਸੀਂ ਜਾਣਨਾ ਚਾਹਾਂਗੇ ਇਹ ਕਾਫੀ ਪੁਰਾਣੀ ਹੈਗੀ ਹੈ ਤੇ ਇਸ ਨੂੰ ਹੁਣ ਕਿਵੇਂ ਇਹ ਅਸਤਿਤਵ ਦੇ ਵਿੱਚ ਆਈ ਹੈ? ਪਹਿਲਾਂ ਕਿਉਂ ਨਹੀਂ ਇਸ 'ਤੇ ਗੌਰ ਕੀਤਾ ਜਿਹੜਾ ਉਹ ਕੀਤਾ ਗਿਆ ਪਹਿਲਾਂ? ਨਹੀਂ, ਇਹਦੇ 'ਚ ਐਕਚੁਅਲੀ ਇੱਦਾਂ ਸੀਗਾ, ਕੀਤਾ ਤਾਂ ਸੀਗਾ ਪਹਿਲਾਂ ਵੀ ਕਿਸੇ ਨੇ ਗੌਰ। ਕੋਈ ਦੱਸਦੇ ਆ ਵੀ ਮੈਨੂੰ ਕੋਈ 7-8 ਸਾਲ ਪਹਿਲਾਂ ਉਹਨਾਂ ਨੇ ਕੁਛ ਨਾ ਕੁਛ ਕਰਵਾਇਆ ਸੀਗਾ ਜਿਹੜਾ ਇੱਥੇ। ਸੋ ਪਰ ਉਦੋਂ ਬਾਅਦ ਰੈਗੂਲਰਲੀ ਇਹਦੀ ਕਹਿ ਲਓ ਵੀ ਕੋਈ ਸਾਂਭ ਸੰਭਾਲ ਦੇ ਵਿੱਚ ਕੋਈ ਕਿਸੇ ਨੇ ਇੰਟਰਸਟ ਘੱਟ ਲਿਆ ਹੋਣਾ ਜੀ। ਅਤੇ ਫਿਰ ਇਸ ਕਰਕੇ ਆ ਜਦੋਂ ਮੈਂ ਇੱਥੇ ਜੁਆਇਨ ਕੀਤਾ ਤਾਂ ਫਿਰ ਮੈਂ ਦੇਖਿਆ ਵੀ ਇਸ ਨੂੰ ਇਹ ਇੱਕ ਇਤਿਹਾਸਿਕ ਚੀਜ਼ ਹੈ, ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ। ਸੋ ਇਹਨੂੰ ਸਾਨੂੰ ਥੋੜ੍ਹਾ ਜਿਹਾ ਸਾਂਭ ਸੰਭਾਈ ਇਹਦੀ ਰੱਖਣੀ ਬਹੁਤ ਜ਼ਰੂਰੀ ਹੈ। ਤਾਂ ਫਿਰ ਅਸੀਂ ਇਹ ਉਹ ਲੋਕਡਾਊਨ ਤੋਂ ਪਹਿਲਾਂ ਦੀ ਵਿਚਾਰ ਚੱਲ ਰਹੀ ਸੀਗੀ, ਸੋ ਫਿਰ ਅਸੀਂ ਲੋਕਡਾਊਨ ਕਰਕੇ ਸਾਨੂੰ ਰੁਕਣਾ ਪਿਆ। ਸੋ ਇੱਥੇ ਮੇਰੇ ਕੋਲ 1-2 ਸੱਜਣ ਆਏ, ਉਹ ਕਹਿੰਦੇ ਜੀ ਅਸੀਂ ਲਾਇਬ੍ਰੇਰੀ ਖੋਲ੍ਹਣੀ ਆ ਸੋ ਸੈੱਲ ਦੇ ਵਿੱਚ। ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸੈੱਲ ਨੂੰ ਅਸੀਂ ਪ੍ਰੀਜ਼ਰਵ ਕਰਾਂਗੇ ਐਸ ਸੱਚ, ਤੁਸੀਂ ਲਾਇਬ੍ਰੇਰੀ ਲਈ। ਮੈਂ ਉਹਨਾਂ ਨੂੰ ਇੱਕ ਨਾਲ ਸਾਡਾ ਸਟੋਰ ਸੀਗਾ ਜਿਹਦੇ ਸਾਡਾ ਕਾਫੀ ਪੁਰਾਣਾ ਸਮਾਨ ਪਿਆ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਅਸੀਂ ਖਾਲੀ ਕਰ ਦਿੰਦੇ ਹਾਂ ਅਤੇ ਇਹਦੇ ਵਿੱਚ ਵੀ ਅਸੀਂ ਵਾਈਟ ਵਾਸ਼ ਕਰਵਾ ਕੇ ਅਤੇ ਆਪਾਂ ਉਸ ਨੂੰ ਬਤੌਰ ਲਾਇਬ੍ਰੇਰੀ ਯੂਜ਼ ਕਰ ਸਕਦੇ ਹਾਂ। ਸਰ, ਇਹ ਕਿੰਨੀ ਪੁਰਾਣੀ ਜੇਲ੍ਹ ਹੈਗੀ, ਥਾਣਾ ਹੈ? ਇਹ ਦੇਖੋ ਜੀ, ਜੇ ਤਾਂ ਇਸ ਹਿਸਟਰੀ ਦੇ ਮੁਤਾਬਕ ਜਾਈਏ ਤਾਂ ਆਲਮੋਸਟ ਇਹਨੂੰ ਕੋਈ 90-92 ਸਾਲ ਹੋ ਗਏ ਹੋਣੇ ਆ, ਕਿਉਂਕਿ 1931 ਦੇ ਵਿੱਚ ਤਾਂ ਉਹਨਾਂ ਨੂੰ ਫਾਂਸੀ ਵੀ ਆਈ ਹੈ, ਉਸ ਤੋਂ ਪਹਿਲਾਂ ਦੀ ਗੱਲ ਦੱਸਦੇ ਆ ਇਹ। ਅਤੇ ਇਸ ਕਰਕੇ ਇਹ ਮੈਨੂੰ ਲੱਗਦਾ ਕਿ ਇਹਦਾ ਕਾਫੀ
ਪੁਰਾਣੀ ਬਿਲਡਿੰਗ ਹੈ ਜੀ। ਮਤਲਬ ਪੰਜਾਬ ਦੇ ਸਭ ਤੋਂ ਪੁਰਾਣੀ ਬਿਲਡਿੰਗਸ ਦੇ ਵਿੱਚ ਇੱਕ ਇਹ ਵੀ ਸ਼ਾਮਲ ਹੈ। ਹਾਂਜੀ ਹਾਂ, ਬਿਲਕੁਲ। ਤੇ ਅਸੀਂ ਵੇਖਦੇ ਜਿਹੜੇ ਇੱਥੇ ਜਿਹੜੀ ਇਹ ਇੱਟਾਂ ਵਗੈਰਾ ਹੈਗੀ ਇਹ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਯੂਜ਼ ਹੁੰਦੀ ਸੀ ਉਹੀ ਹੈ, ਤੇ ਇਸ ਨੂੰ ਉਸੇ ਰੰਗਤ ਦੇ ਵਿੱਚ ਤੁਸੀਂ ਰੱਖਿਆ, ਕੋਈ ਇਸ 'ਤੇ ਜ਼ਿਆਦਾ ਕੰਮ ਨਹੀਂ ਕੀਤਾ ਜਾ ਰਿਹਾ? ਨਹੀਂ ਜੀ ਨਹੀਂ, ਇਹ ਇੱਦਾਂ ਸਾਡੇ ਇਹਨੂੰ ਥੋੜ੍ਹਾ ਜਿਹਾ ਕੁਛ ਬੰਦੇ ਨੂੰ ਨਾਨਕਸ਼ਾਹੀ ਇੱਟ ਕਹਿ ਦਿੰਦੇ ਆ, ਕੁਛ ਭਦੌੜੀ ਇੱਟ ਕਹਿ ਦਿੰਦੇ ਆ ਕਿਸੇ ਤਰ੍ਹਾਂ, ਪਰ ਅਸੀਂ ਇਹਦੇ 'ਤੇ ਜ਼ਿਆਦਾਤਰ ਸੀਮੈਂਟ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਇਹਨੂੰ ਨਹੀਂ ਸੀ ਕਰਨਾ ਚਾਹੁੰਦੇ ਕਿ ਤਾਂ ਇਹਦੀ ਜਿਹੜੀ ਆਪਦੀ ਦਿੱਖ ਹੈ, ਜੋ ਓਰੀਜਨੈਲਿਟੀ ਉਹ ਖਰਾਬ ਨਾ ਹੋਵੇ ਜੀ। ਸੋ ਇਸ ਕਰਕੇ ਇਹਨਾਂ ਨੂੰ ਅਸੀਂ ਉਹਦੇ ਉੱਪਰ ਹੀ ਜੋ ਵਾਈਟ ਵਾਸ਼ ਕੀਤਾ ਹੈਗਾ ਜੀ। ਇਹ ਸਾਰਾ ਸਰ ਤੁਸੀਂ ਹੁਣ ਆਪਣੇ ਤਰਫੋਂ ਸਾਰਾ ਕਰ ਰਹੇ ਹੋ ਇਸ ਨੂੰ? ਨਹੀਂ ਜੀ, ਇਹ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਸਾਡੇ ਇੱਕ ਦੋ ਵਲੰਟੀਅਰ ਨੇ, ਉਹਨਾਂ ਦਾ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਸੋ ਉਹ ਜਿਹੜਾ ਕੀ ਕਹਿੰਦੇ ਇਸ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਜੀ। ਤੇ ਸਰ ਇਹ ਹੁਣ ਹੋਂਦ ਦੇ ਵਿੱਚ ਆ ਰਹੀ ਹੈ, ਕਦੀ ਸਰਕਾਰ ਨੇ ਵੀ ਇਸ ਦੇ ਉੱਤੇ ਗੌਰ ਕੀਤਾ ਹੈ? ਕਦੀ ਇਸ ਨੂੰ ਜਿਹੜਾ ਪੁਰਾਤਤਵ ਵਿਭਾਗ ਆ, ਕਈ ਆਰਕੀਓਲੋਜੀ ਵਿਭਾਗ ਆ, ਟੂਰਿਜ਼ਮ ਪਰਪਸ ਦੇ ਤੌਰ 'ਤੇ ਵੀ ਇਸ ਬਿਲਡਿੰਗ ਨੂੰ ਯੂਜ਼ ਕੀਤਾ ਜਾ ਸਕਦਾ ਹੈ? ਹੁਣ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੱਥੇ ਇੱਕ ਲਾਇਬ੍ਰੇਰੀ ਵੀ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਹਿਸਟੋਰੀਕਲ ਜਿਹੜੀ ਲਿਟਰੇਚਰ ਇੱਥੇ ਰੱਖੇ ਜਾਣਗੇ, ਤੇ ਤੁਹਾਨੂੰ ਲੱਗਦਾ ਹੈ ਕਿ ਇਹ ਲੋਕਾਂ ਲਈ ਹੋਣੇ ਚਾਹੀਦੇ, ਲੋਕ ਇੱਥੇ ਆਉਣ, ਉਹ ਲੋਕਾਂ ਨੂੰ ਪਤਾ ਲੱਗੇ ਆਪਣੇ ਇਤਿਹਾਸ ਦੇ ਬਾਰੇ? ਹਾਂਜੀ ਬਿਲਕੁਲ, ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ, ਨੌਜਵਾਨ ਬੱਚੇ ਨੇ ਸਾਡੇ, ਉਹ ਇਸ ਚੀਜ਼ ਨੂੰ ਦੇਖਣ, ਔਰ ਜਿਹੜੇ ਸਾਡੇ ਕ੍ਰਾਂਤੀਕਾਰੀ ਨੇ ਉਹਨਾਂ ਦੇ ਜਿਹੜੀਆਂ ਸਾਨੂੰ ਦੱਸਿਆ ਹੈ ਜਾਂ ਉਹਨਾਂ ਦੀ ਸਿੱਖਿਆਵਾਂ ਹਨ, ਉਹਨਾਂ 'ਤੇ ਸਾਨੂੰ ਚੱਲਣਾ ਚਾਹੀਦਾ ਹੈ। ਸੋ ਇਸ ਕਰਕੇ ਇਹਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਸਹਿਯੋਗ ਇੱਕ ਦੂਜੇ ਦਾ ਦੇਣਾ ਜ਼ਰੂਰੀ ਹੈ। ਇਹਦੇ ਵਿੱਚ ਇਕੱਲੀ ਸਰਕਾਰ ਨਹੀਂ ਕੁਛ ਕਰ ਸਕਦੀ, ਨਾ ਕੋਈ ਵਿਅਕਤੀ ਵਿਸ਼ੇਸ਼ ਕੁਛ ਕਰ ਸਕਦਾ। ਸੋ ਇਹ ਲੋਕਾਂ ਨੂੰ ਇਹਦੀ ਜਾਗਰੂਕਤਾ ਹੋਣੀ ਜ਼ਰੂਰੀ ਹੈ। ਅਤੇ ਦੂਜਾ ਇਹ ਐਜ਼ ਜੇ ਉਹਦੀ ਨਿਸ਼ਾਨੀ ਰੱਖੀ ਅਸੀਂ ਸ਼ਹੀਦ ਦੀ, ਤਾਂ ਉਸ ਤੋਂ ਬਾਅਦ ਇੱਕ ਇਹ ਚਲੋ ਵੀ ਵਿਜ਼ਿਟਿੰਗ ਸਪੌਟ ਜਾਂ ਟੂਰਿਸਟ ਸਪੌਟ ਵੀ ਡਿਵੈਲਪ ਕੀਤਾ ਜਾ ਸਕਦਾ ਹੈ। ਅਤੇ ਕੋਈ ਇਹਦੇ 'ਚ ਇਹ ਗੱਲ ਨਹੀਂ ਹੋਏਗੀ ਕਿ ਬਈ ਸਿਰਫ ਇੱਥੋਂ ਦੇ ਲੋਕ ਬਲਕਿ ਬਾਹਰਲੇ ਲੋਕ ਵੀ ਇਸ ਚੀਜ਼ ਨੂੰ ਜਾਣਨ। ਮਾਨ ਸਾਹਿਬ, ਕੋਈ ਇਹਦਾ ਕੋਈ ਇਤਿਹਾਸਿਕ ਲਿਟਰੇਚਰ ਹੈਗਾ ਵੈਸੇ ਇਸ ਥਾਂ ਦਾ ਕਿ ਕੋਈ ਇਹਦੀ ਪੁਸ਼ਟੀ ਹੋਈ ਹੋਵੇ? ਦੇਖੋ ਜੀ, ਮੈਂ ਨਹੀਂ ਕੋਈ ਇਸ ਚੀਜ਼ ਦੀ ਬਾਹਲਾ ਇਸ ਡੂੰਘਾਈ ਦੇ ਵਿੱਚ ਗਿਆ, ਅਤੇ ਬਟ ਇਹਨੂੰ ਚੀਜ਼ ਨੂੰ ਇੱਕ ਪਾਸੇ ਰੱਖ ਕੇ ਮੇਰੇ ਮਨ 'ਚ ਸਿਰਫ ਇਹ ਆਇਆ ਸੀਗਾ ਵੀ ਇਹਦੇ ਨਾਲ ਇੱਕ ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਜੁੜੀਆਂ, ਔਰ ਇੱਕ ਚੰਗਾ ਉਪਰਾਲਾ ਹੈ ਜਿਹਦੇ ਵਿੱਚ ਕਿ ਨੌਜਵਾਨ ਪੀੜ੍ਹੀ ਇਸ ਨੂੰ ਆਪਦਾ ਦਰਸ਼ ਮੰਨਦੀ ਹੈ। ਸੋ ਅਸੀਂ ਕਿਉਂ ਨਾ ਇਹਦੇ ਜ਼ਰੀਏ ਵੀ ਲੋਕਾਂ 'ਚ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਜਾਗਰੂਕ ਕਰੀਏ ਕਿ ਜਿਸ ਤਰ੍ਹਾਂ ਇਹਨਾਂ ਕ੍ਰਾਂਤੀਕਾਰੀਆਂ ਨੇ ਬੜੀ ਛੋਟੀ ਉਮਰ 'ਚ ਆਪਣੀਆਂ ਜਾਨਾਂ ਵਾਰੀਆਂ, ਜਿਵੇਂ ਸਰਦਾਰ ਭਗਤ ਸਿੰਘ ਹੋ ਗਏ, ਊਧਮ ਸਿੰਘ ਹੋ ਗਏ, ਸਰਦਾਰ ਕਰਤਾਰ ਸਿੰਘ ਸਰਾਭਾ ਹੋ ਗਏ, ਸੋ ਢੀਂਗੜਾ ਹੋ ਗਏ। ਸੋ ਇਹ ਸਾਨੂੰ ਇਹਨਾਂ ਲੋਕਾਂ ਦੀਆਂ ਜ਼ਿੰਦਗੀ ਦੇ ਬਾਰੇ ਲਿਟਰੇਚਰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਅਤੇ ਬੱਚਿਆਂ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਇਸ ਪਾਸੇ ਪ੍ਰੇਰਿਤ ਕੀਤਾ ਜਾਵੇ ਵੀ ਤਾਂ ਕਿ ਆਪਦੀ ਧਰੋਹਰ ਜਿਹੜੀ ਸਾਡਾ ਵਿਰਸਾ ਹੈ ਉਹਨੂੰ ਨਾ ਭੁੱਲਣ, ਔਰ ਇਹਨਾਂ ਦੀ ਜ਼ਿੰਦਗੀ ਤੋਂ, ਇਹਨਾਂ ਦੇ ਕਹਿਣੇ ਤੋਂ ਪ੍ਰੇਰਨਾ ਲੈ ਕੇ ਆਪਦੀ ਜੀਵਨ ਨੂੰ ਸਵਾਰਨ ਕਿ ਇਹਨਾਂ ਲੋਕਾਂ ਨੇ ਦੇਖੋ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਸੋ ਅਸੀਂ ਆਪਦੇ ਸਮਾਜ ਨੂੰ ਸੁਧਾਰਨ ਲਈ ਆਪਾਂ ਵੀ ਕੁਛ ਨਾ ਕੁਛ ਕਰੀਏ। ਅੱਛਾ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਸਰ, ਇਹ ਇੱਥੇ ਇੱਕ ਮੂਰਤੀ ਲੱਗੀ, ਇਹ ਕਦੋਂ ਲਗਾਈ ਗਈ ਹੈ? ਇਹ ਵੀ ਉਸੇ ਵੇਲੇ ਦੀ ਹੈ ਕਿ ਇਹ ਬਾਅਦ 'ਚ ਲੱਗੀ? ਇਹ ਐਕਚੁਅਲੀ ਬਾਅਦ 'ਚ ਲੱਗੀ ਹੈ ਜੀ, ਜੋ ਦੱਸਦੇ ਨੇ ਇਹ ਮਤਲਬ 8-10 ਸਾਲ ਪੁਰਾਣੀ ਹੈ ਜੀ। ਅਤੇ ਉਹ ਬਸ ਇਹਨਾਂ ਦੀ ਯਾਦਗਾਰ ਦੇ ਵਿੱਚ ਜਿਵੇਂ ਜਿਵੇਂ ਜਿਹੜੇ ਅਧਿਕਾਰੀ ਇੱਥੇ ਆਏ ਹੋਣਗੇ ਉਹਨਾਂ ਨੇ ਆਪਦੇ ਤੌਰ 'ਤੇ ਜੋ ਕੀਤਾ ਹੈ ਉਹ ਇਸ ਤਰ੍ਹਾਂ ਕੀਤਾ ਗਿਆ ਹੈ। ਇੱਕ ਉਹਨਾਂ ਦਾ ਮਤਲਬ ਇਸ ਚੀਜ਼ ਨੂੰ ਇੱਥੇ ਲਗਾ ਕੇ ਸਮੁੱਚੀ ਮਤਲਬ ਜਿਹੜਾ ਐਟਮੋਸਫੇਅਰ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਬਣਾਇਆ ਜੀ। ਧੰਨਵਾਦ ਜੀ, ਦੈਨਿਕ ਸੁਣਨ ਦਾ। ਬਿਲਕੁਲ ਤੁਸੀਂ ਸੁਣਿਆ ਇਹ ਗੁਰਬਖਸ਼ ਸਿੰਘ ਮਾਨ ਜੀ ਜਿਹੜੇ ਕਿ ਸਾਨੂੰ ਦੱਸ ਰਹੇ ਸੀ ਇਸ ਇਤਿਹਾਸਿਕ ਧਰੋਹਰ ਦੇ ਬਾਰੇ, ਕਿਉਂਕਿ ਇਹ ਜਿਹੜੀ ਇੱਕ ਸਾਡੇ ਦੇਸ਼ ਦੇ ਲਈ ਕਹੀਏ ਕਿ ਇੱਕ ਬਹੁਤ ਵੱਡੀ ਇਹ ਮਾਣ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਜਿਹੜੇ ਹੈ ਸੂਰਮਾ ਪੈਦਾ ਹੋਏ, ਅਤੇ ਉਹਨਾਂ ਨੇ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਆਪਣੇ ਆਪ ਨੂੰ ਨਾ ਸਿਰਫ ਬਲਕਿ ਪੂਰੇ ਦੇਸ਼ ਦੇ ਲਈ ਇਸ ਤਰੀਕੇ ਨਾਲ ਕੁਰਬਾਨੀ ਕੀਤੀ, ਅਤੇ ਜਿਸ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ। ਅਤੇ ਇਹ ਜਿਹੜੀ ਹੁਣ ਇਤਿਹਾਸਿਕ ਜਿਹੜੀ ਇਮਾਰਤ ਸਾਹਮਣੇ ਆਈ ਹੈ, ਇਹਦੀ ਆਪਣੀ ਹੀ ਇੱਕ ਜਿਹੜੀ ਮਹੱਤਵ ਹੋਰ ਵੱਧ ਗਿਆ
ਕਿਉਂਕਿ ਇਹ ਉਸੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਥਾਂ ਹੈ ਕਿ ਜਿੱਥੇ ਉਹਨਾਂ ਨੇ ਇੱਕ ਰਾਤ ਗੁਜ਼ਾਰੀ ਸੀਗੀ। ਤੇ ਇੱਕ ਜਿਵੇਂ ਕਿ ਡੀਐਸਪੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਕਿਸੇ ਕੇਸ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਇਆ ਗਿਆ ਸੀ ਤੇ ਰਾਤ ਗੁਜ਼ਾਰਨ ਲਈ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ, ਤੇ ਜਿਸ ਤੋਂ ਬਾਅਦ ਇਹ ਕਾਫੀ ਇਤਿਹਾਸਕ ਧਰੋਹਰ ਨੂੰ ਕਹੀਏ ਤੇ ਬਣ ਚੁੱਕੀ ਹੈ। ਤੇ ਇਤਿਹਾਸਕ ਸਥਲ ਜਿਹੜਾ ਕਿ ਡੇਰਾ ਬੱਸੀ ਦੇ ਵਿੱਚ ਪੈਂਦੇ ਇਹ ਮੁਬਾਰਕਪੁਰ ਪਿੰਡ ਦੇ ਵਿੱਚ ਥਾਣਾ ਪੈਂਦਾ, ਉੱਥੇ ਦੀ ਇਹ ਇਤਿਹਾਸਕ ਥਾਂ ਹੈ ਜਿੱਥੇ ਇਹ ਜਿਹੜੀ ਹੈ ਇਮਾਰਤ ਹੈਗੀ ਹੈ। ਤੇ ਇਸੀ ਇਮਾਰਤ ਦੇ ਵਿੱਚ ਇਹ ਇੱਕ ਬੈਰਕ ਸੀਗੀ ਜਿਹਦੇ ਵਿੱਚ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਰਹੇ ਸੀਗੇ। ਤੇ ਹੁਣ ਇਸ ਜਿਹੜੀ ਇਮਾਰਤ ਨੂੰ ਜਿਹੜਾ ਹੁਣ ਇੱਕ ਲਾਇਬ੍ਰੇਰੀ ਦੇ ਵਿੱਚ ਜਿਹੜਾ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਜਗ੍ਹਾ ਨੂੰ ਤਾਂ ਪ੍ਰੀਜ਼ਰਵ ਕੀਤਾ ਜਾਏਗਾ, ਇਹਦੇ ਨਾਲ ਜਿਹੜੀ ਹੋਰ ਥਾਂ ਹੈ ਉੱਥੇ ਜਿਹੜੀ ਹੈ ਲਿਟਰੇਚਰ ਰੱਖਿਆ ਜਾਏਗਾ ਸੁਤੰਤਰਤਾ ਸੈਨਾਨੀ ਦਾ, ਖਾਸ ਤੌਰ 'ਤੇ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਉਹਨਾਂ ਦੇ ਨਾਲ ਹੋਰ ਜਿੰਨੇ ਵੀ ਜਿਹੜੇ ਉਸ ਵੇਲੇ ਦੇ ਜਿਹੜੇ ਸਾਡੇ ਸੁਤੰਤਰਤਾ ਸੈਨਾਨੀ ਸੀਗੀ ਉਹਨਾਂ ਦੇ ਲਿਟਰੇਚਰ ਨੂੰ ਉੱਥੇ ਦਰਸਾਇਆ ਜਾਏਗਾ। ਤੇ ਕਹੀਏ ਕਿ ਅੱਜ ਇਹ ਥਾਂ ਅੱਜ ਪੂਰੀ ਦੁਨੀਆ ਦੇ ਵਿੱਚ ਜਾਣੀ ਜਾ ਰਹੀ ਹੈ, ਜਿਹੜਾ ਕਿ ਮੁਬਾਰਕਪੁਰ ਦਾ ਪੁਰਾਣਾ ਥਾਣਾ ਹੈ ਜਿੱਥੇ ਖੁਦ ਜਿਹੜਾ ਭਗਤ ਸਿੰਘ ਦੇ ਇੱਥੇ ਚਰਨ ਪਏ ਸੀਗੇ, ਜਿਨ੍ਹਾਂ ਨੇ ਇੱਥੇ ਆ ਕੇ ਇੱਕ ਰਾਤ ਗੁਜ਼ਾਰੀ ਸੀ। ਮੁਬਾਰਕਪੁਰ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰकुश महाजन, दैनिक सवेरा TV। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।